ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਹੈਡਲਾਈਨ ਕੈਨੇਡਾ ਦੇ ਵਿੱਚ। ਮੈਂ ਹਰਪਿੰਦਰ ਕੌਰ। ਹੈਡਲਾਈਨ ਕੈਨੇਡਾ ਵਿੱਚ ਅੱਜ ਅਸੀਂ ਖਾਸ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਵਿੱਚ ਲੱਗੀਆਂ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਬਾਰੇ। ਕਦੋਂ ਤੋਂ ਇਹ ਰਿਸਟ੍ਰਿਕਸ਼ਨਸ ਲਾਗੂ ਹੋਈਆਂ ਨੇ ਤੇ ਕਦੋਂ ਤੱਕ ਜਾਰੀ ਰਹਿਣਗੀਆਂ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕੈਨੇਡਾ ਆਉਣ ਵਾਲੇ ਹਰ ਟਰੈਵਲਰ ਨੂੰ, ਐਸੇ ਤੇ ਆਧਾਰਿਤ ਰਹੇਗੀ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਵਿਡ-19 ਦੀ ਸ਼ੁਰੂਆਤ ਤੋਂ ਹੀ ਹਰ ਕੈਨੇਡੀਅਨ ਨੂੰ ਟਰੈਵਲ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਸੀ ਤੇ ਆਖਿਰਕਾਰ ਨਵੀਆਂ ਟਰੈਵਲ ਰਿਸਟ੍ਰਿਕਸ਼ਨਸ ਲਾਗੂ ਕਰ ਦਿੱਤੀਆਂ ਗਈਆਂ ਨੇ, ਜਿਸ ਦੇ ਤਹਿਤ ਕੈਨੇਡਾ ਵਿੱਚ ਹੁਣ ਇੰਟਰਨੈਸ਼ਨਲ ਫਲਾਈਟਸ 4 ਮੇਜਰ ਏਅਰਪੋਰਟਸ ਤੇ ਹੀ ਲੈਂਡ ਕਰਨਗੀਆਂ। ਹੋਰ ਕੀ ਕੁਝ ਹੈ ਨਵੀਆਂ ਰਿਸਟ੍ਰਿਕਸ਼ਨਸ ਤੇ, ਪਾਉਂਦੇ ਹਾਂ ਇੱਕ ਨਜ਼ਰ। Now is not the time to travel। ਜੀ ਹਾਂ, ਕੋਵਿਡ-19 ਤੇ ਇਸ ਦੇ ਵੇਰੀਐਂਟਸ ਨੂੰ ਵਧਣ ਤੋਂ ਰੋਕਣ ਲਈ ਫੈਡਰਲ ਤੇ ਓਨਟਾਰੀਓ ਸਰਕਾਰ ਵੱਲੋਂ ਕੁਝ ਟਰੈਵਲ ਰਿਸਟ੍ਰਿਕਸ਼ਨਸ ਲਿਆਂਦੀਆਂ ਗਈਆਂ ਨੇ ਤੇ ਵਾਰ-ਵਾਰ ਲੋਕਾਂ ਨੂੰ ਟਰੈਵਲ ਨਾ ਕਰਨ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ। ਜੋ ਲੋਕ ਨਾਨ ਐਸੈਂਸ਼ੀਅਲ ਰੀਜ਼ਨਸ ਲਈ ਟਰੈਵਲ ਕਰ ਰਹੇ ਨੇ, ਉਹਨਾਂ ਨੂੰ ਕੈਨੇਡਾ ਵਾਪਸ ਪਰਤਣ ਤੇ ਨਵੇਂ ਮੈਜਰਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। In addition to the pre-boarding test we already acquire, as soon as possible in the coming weeks, we will be introducing mandatory PCR testing at the airport for people returning to Canada. Travellers will then have to wait for up to 3 days at an approved hotel for their test results at their own expense, which is expected to be more than $2,000. Those with negative test results will then be able to quarantine at home under significantly increased surveillance and enforcement. Those with positive tests will be immediately required to quarantine in designated government facilities to make sure they're not carrying variants of potential concern. We will also, in the coming weeks, be requiring non-essential travellers to show a negative test before entry at the land border with the US, and we're working to stand up additional testing requirements for land travel. ਕੈਨੇਡਾ ਵਾਪਸ ਆਉਣ ਵਾਲੇ ਲੋਕਾਂ ਲਈ ਹਵਾਈ ਅੱਡਿਆਂ ਤੇ PCR ਟੈਸਟਿੰਗ ਲਾਜ਼ਮੀ ਹੋਏਗੀ ਅਤੇ ਯਾਤਰੀਆਂ ਨੂੰ ਫਿਰ ਆਪਣੇ ਟੈਸਟ ਦੇ ਨਤੀਜਿਆਂ ਲਈ ਇੱਕ ਪ੍ਰਵਾਨਿਤ ਹੋਟਲ ਵਿਖੇ ਆਪਣੇ ਖਰਚੇ ਤੇ 3 ਦਿਨਾਂ ਤੱਕ ਉਡੀਕ ਕਰਨੀ ਹੋਏਗੀ। ਨੈਗੇਟਿਵ ਟੈਸਟ ਦੇ ਨਤੀਜਿਆਂ ਵਾਲੇ ਯਾਤਰੀਆਂ ਨੂੰ ਵੱਧ ਰਹੀ ਨਿਗਰਾਨੀ ਤਹਿਤ 14 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਕਰਨਾ ਪਏਗਾ। ਪੋਜ਼ਿਟਿਵ ਟੈਸਟ ਆਉਣ ਤੇ ਵਿਅਕਤੀਆਂ ਨੂੰ ਪ੍ਰਵਾਨਿਤ ਕੁਆਰੰਟੀਨ ਸਹੂਲਤਾਂ ਵਿੱਚ 14 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣਾ ਹੋਏਗਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਨੇਡਾ ਵਾਪਸ ਆਉਣ ਸਮੇਂ ਨਕਾਰਾਤਮਕ ਟੈਸਟ ਹਜੇ ਵੀ ਲਾਜ਼ਮੀ ਹੈ ਅਤੇ ਇਸ ਦੇ ਨਾਲ ਹੀ ਵਿਦੇਸ਼ ਯਾਤਰਾ ਤੋਂ ਵਾਪਸ ਆਉਣ ਤੇ 14 ਦਿਨ ਕੁਆਰੰਟੀਨ ਹਜੇ ਵੀ ਜ਼ਰੂਰੀ ਹੈ। ਇਸ ਤੋਂ ਇਲਾਵਾ ਕੈਨੇਡੀਅਨਸ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਕੈਨੇਡਾ ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰਾ ਤੇ ਸਖਤੀ ਕੀਤੀ ਗਈ ਹੈ। ਮੈਕਸੀਕੋ ਅਤੇ ਕੈਰੀਬੀਅਨ ਲਈ ਯਾਤਰਾ ਤੇ 30 ਅਪ੍ਰੈਲ ਤੱਕ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ। ਏਅਰ ਕੈਨੇਡਾ, ਏਅਰ ਟ੍ਰਾਂਜ਼ਿਟ, ਸਨਵਿੰਗ ਤੇ ਵੈਸਟ ਜੈਟ ਨੇ ਇਹਨਾਂ ਥਾਵਾਂ ਦੀ ਸੇਵਾ ਮੁਅੱਤਲ ਕਰਨ ਲਈ ਸਹਿਮਤੀ ਦਿੱਤੀ ਹੈ। ਅੰਤਰਰਾਸ਼ਟਰੀ ਉਡਾਣਾਂ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਲਈ ਵੀ ਨਵੇਂ ਕਦਮ ਉਠਾਏ ਜਾ ਰਹੇ ਨੇ। ਹੁਣ ਤੋਂ ਸਾਰੀਆਂ ਅੰਤਰਰਾਸ਼ਟਰੀ ਯਾਤਰੀਆਂ ਲਈ ਉਡਾਣਾਂ ਸਿਰਫ ਇਹਨਾਂ 4 ਹਵਾਈ ਅੱਡਿਆਂ ਤੇ ਹੀ ਉਤਰਨਗੀਆਂ, ਜਿਨ੍ਹਾਂ ਵਿੱਚ ਕੈਲਗਰੀ, ਮੌਂਟਰੀਅਲ, ਟੋਰਾਂਟੋ ਤੇ ਵੈਂਕੂਵਰ ਸ਼ਾਮਲ ਹੈ। ਕੈਨੇਡਾ ਦੀਆਂ ਨਵੀਆਂ ਟਰੈਵਲ ਰਿਸਟ੍ਰਿਕਸ਼ਨ ਸੰਬੰਧੀ ਕੰਜ਼ਰਵੇਟਿਵ MP ਮਿਸ਼ੇਲ ਰੈਂਪਲ ਗਾਰਡਨਰ ਨੇ ਸਵਾਲ ਕੀਤਾ। ਉਹਨਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਲੱਗੀ ਹੈ ਕਿ ਉਹਨਾਂ ਨੂੰ ਵੀ ਰਿਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਪਏਗਾ। ਇਸ ਦੇ ਜਵਾਬ ਵਿੱਚ ਟਰਾਂਸਪੋਰਟ ਮਿਨਿਸਟਰ ਉਮਰ ਅਲਗਾਬਰਾ ਤੇ ਹੈਲਥ ਮਿਨਿਸਟਰ ਪੈਟੀ ਹਜਦੂ ਦਾ ਕਹਿਣਾ ਸੀ ਕਿ ਸਾਇੰਸ ਹਜੇ ਕੋਵਿਡ-19 ਵੈਕਸੀਨ ਦੇ ਇਫੈਕਟ ਤੇ ਕਲੀਅਰ ਨਹੀਂ ਹੈ। ਇਸੇ ਲਈ ਕੈਨੇਡਾ ਵਿੱਚ ਹਰ ਟਰੈਵਲਰ ਨੂੰ ਇਹਨਾਂ ਰਿਸਟ੍ਰਿਕਸ਼ਨਸ ਦਾ ਸਾਹਮਣਾ ਕਰਨਾ ਹੋਏਗਾ। We are asking all Canadians not to travel to all parts of the world for vacation. I know it's a massive sacrifice. I know some people were hoping to connect with their families who are abroad. Look, we just also called on Canadians during Christmas and previous holidays to even the ones who live at home not to visit their family members. So we are asking all Canadians to cancel their trips abroad, regardless of the destination or if it was visiting family or vacation. The Sun destination, there was an agreement that was reached, the voluntary suspension by the airlines does not necessarily single them out. It's because there where most vacationers go in Canada, and all other travelers are going to be subjected to continue first, be tested prior to departure. Second, to be tested when they arrive. Third,
to be asked to quarantine for up to 3 days until their test results are out. 4, to pay for that accommodation. 4, to complete their 14-day quarantine. So today we have one of the strictest measures in the world for travelers. And I know this is adding extra burden. We're in this together. We've been asking Canadians to sacrifice for now 10 months. Like Dr. New said, we're in a marathon. We are asking not to waste the past 10 months. We need to continue on our track so we can pull out of this as quickly as possible and get back to normal. ਤੇ ਕੈਨੇਡਾ ਵੱਲੋਂ ਲਗਾਈਆਂ ਗਈਆਂ ਨਵੀਆਂ ਰੈਸਟ੍ਰਿਕਸ਼ਨਸ ਦਾ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਵੀ ਸਵਾਗਤ ਕੀਤਾ ਹੈ। ਵੀਕਲੀ ਮੀਡੀਆ ਬਰੀਫਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਸ ਨਾਲ ਬਰੈਂਪਟਨ ਵਿੱਚ ਕੋਵਿਡ-19 ਦੇ ਸਪਰੈਡ ਨੂੰ ਰੋਕਣ ਵਿੱਚ ਮਦਦ ਮਿਲੇਗੀ। This week, I want to thank the federal and provincial governments for speaking loudly about the need for travel restrictions. It's something that we felt very strongly about in Brampton. As early on as April in the pandemic, Councillor Michael Pileshi had been advocating. We passed a motion pushing for travel restrictions. You know, we're so close to Pearson Airport that we felt concerns that this is how COVID or variants could slip into the country. And frankly, we have a large segment of our population that works at Pearson as well. And so we were acutely aware of the risks that existed with travel into Canada. And I want to applaud Premier Ford for initiating the campaign for travel restrictions, and to Deputy Prime Minister Chrystia Freeland recognizing this quarantine was important to protecting Canada from further exposure to COVID-19 and these variants. And thank you to Councillor Pileshi for being one of the initial voices for this campaign to have travel restrictions. ਤੇ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਕੈਨੇਡਾ ਦੀਆਂ ਟਰੈਵਲ ਰੈਸਟ੍ਰਿਕਸ਼ਨ ਸੰਬੰਧੀ ਸਾਡੀ ਇਹ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਤੁਸੀਂ ਬਣੇ ਰਹੋ ਸਾਡੇ ਨਾਲ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਹੈਡਲਾਈਨ ਕੈਨੇਡਾ ਵਿੱਚ ਤੁਹਾਡਾ ਸਵਾਗਤ ਹੈ। ਸਾਡੀ ਖਾਸ ਤੌਰ ਤੇ ਗੱਲਬਾਤ ਚੱਲ ਰਹੀ ਹੈ ਕੈਨੇਡਾ ਵਿੱਚ ਲਾਗੂ ਹੋਈਆਂ ਨਵੀਆਂ ਟਰੈਵਲ ਰੈਸਟ੍ਰਿਕਸ਼ਨ ਸੰਬੰਧੀ ਤੇ ਐਸੇ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਮੌਜੂਦ ਨੇ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਪੀਟੀਸੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਸੋਨੀਆ ਜੀ, ਤੁਹਾਡੇ ਤੋਂ ਜਾਣਨਾ ਚਾਹਾਂਗੇ ਬੀਤੇ ਹਫ਼ਤੇ ਤੋਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਕੈਨੇਡਾ ਵਿੱਚ ਕੁਝ ਟਰੈਵਲ ਰੈਸਟ੍ਰਿਕਸ਼ਨਸ ਲਾਗੂ ਹੋ ਚੁੱਕੀਆਂ ਨੇ, ਕੁਝ ਹਜੇ ਹੋਣੀਆਂ ਨੇ। ਜਿਵੇਂ ਕਿ ਹੁਣ ਜਿਹੜੀ ਇੰਟਰਨੈਸ਼ਨਲ ਫਲਾਈਟਸ ਨੇ ਉਹ 4 ਮੇਜਰ ਏਅਰਪੋਰਟਸ ਤੇ ਲੈਂਡ ਕਰਨਗੀਆਂ, ਪਰ ਹਜੇ ਵੀ ਕਈ ਟਰੈਵਲ ਰੈਸਟ੍ਰਿਕਸ਼ਨ ਨੂੰ ਲੈ ਕੇ ਲੋਕਾਂ ਵਿੱਚ ਕਨਫਿਊਜ਼ਨ ਬਣੀ ਹੋਈ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਜਾਣਕਾਰੀ ਦਿਓ ਇਹਨਾਂ ਟਰੈਵਲ ਰੈਸਟ੍ਰਿਕਸ਼ਨਸ ਬਾਰੇ। ਬਿਲਕੁਲ ਰੁਪਿੰਦਰ ਜੀ, ਸਭ ਤੋਂ ਪਹਿਲਾਂ ਤਾਂ ਪੀਟੀਸੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਸੀਂ ਕੁਐਸਚਨ ਪੁੱਛਿਆ ਹੈਗਾ ਕਿ April 30th ਤੱਕ ਜਿਵੇਂ ਤੁਸੀਂ ਜਾਣਦੇ ਹੋ ਕਿ ਮੈਕਸੀਕੋ ਕੈਰੀਬੀਅਨ ਤੋਂ ਜਿੰਨੀਆਂ ਵੀ ਫਲਾਈਟ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇਨਕਰੇਜ ਕੈਨੇਡੀਅਨਸ ਹੋਣ। ਜਿਵੇਂ ਕਿ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਹੈਗਾ ਕਿ ਜਿੰਨੇ ਵੀ ਟਰੈਵਲ ਅਨਨੈਸੈਸਰੀ ਹੈਗੇ ਆ ਉਹ ਤੁਸੀਂ ਸਾਰੇ ਕੈਂਸਲ ਕਰ ਦਿਓ, ਬਿਕੋਜ਼ ਆਪਾਂ ਇਹ ਤਾਂ ਹੀ ਰਿਸਟ੍ਰਿਕਸ਼ਨਸ ਲਗਾਈਆਂ ਗਈਆਂ ਹੈ ਕਿ ਕੈਨੇਡੀਅਨਸ ਇਨਕਰੇਜ ਨਾ ਹੋਣ ਬਾਹਰ ਜਾਣ ਵਾਸਤੇ। ਸਾਨੂੰ ਸਥਿਤੀ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈਗਾ। ਜਿਵੇਂ ਕਿ ਤੁਸੀਂ ਸੁਣ ਵੀ ਰਹੇ ਹੈਗੇ ਕਿ ਜਿਹੜੇ ਵੇਰੀਐਂਟ ਜਿਹੜੇ ਹੋਰ ਵੀ ਸੁਣਿਆ ਹੋਊਗਾ ਅਪੀਲ ਦੇ ਵਿੱਚ ਵੀ ਪਿੱਛੇ ਜੇ ਕੇਸ ਹੋਇਆ। ਸੋ ਇਸੇ ਕਰਕੇ ਜਿਹੜੇ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਇਹ ਲਾਈਆਂ ਗਈਆਂ ਹੈਗੀਆਂ 30 ਅਪ੍ਰੈਲ ਤੱਕ ਜਿਹੜੀਆਂ ਇਹ ਲੱਗੀਆਂ ਹੈਗੀਆਂ, ਪਰ ਸਥਿਤੀ ਦੇ ਅੰਦਾਜ਼ੇ ਜਿਵੇਂ ਲਾਏ ਜਾਣਗੇ ਇਹ ਰਿਸਟ੍ਰਿਕਸ਼ਨ ਵੱਧ ਵੀ ਸਕਦੀਆਂ ਤੇ ਉੱਥੇ ਤੱਕ ਵੀ ਰਹਿ ਸਕਦੀਆਂ। ਜੀ, ਇਹ ਜਿਹੜੀ ਤੁਸੀਂ ਰਿਸਟ੍ਰਿਕਸ਼ਨ ਦੀ ਗੱਲ ਕੀਤੀ ਹੈ ਕਿ ਸਨ ਡੈਸਟੀਨੇਸ਼ਨਸ ਤੇ ਫਲਾਈਟਸ ਜਿਹੜੀਆਂ 30 ਅਪ੍ਰੈਲ ਤੱਕ ਕੈਂਸਲ ਕਰ ਦਿੱਤੀਆਂ ਗਈਆਂ, ਪਰ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਹੈ ਕਿ ਇੰਨੀ ਲੇਟ ਇਹ ਡਿਸੀਜਨ ਕਿਉਂ ਲਿਆ ਗਿਆ ਹੈ? ਖਾਸ ਤੌਰ ਤੇ ਮਾਰਚ ਬ੍ਰੇਕ ਨੂੰ ਹੋ ਸਕਦਾ ਹੈ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੋਏ, ਤੇ ਫਿਰ ਬਾਕੀ ਕੰਟਰੀਜ਼ ਲਈ ਰਿਸਟ੍ਰਿਕਸ਼ਨਸ ਕਿਉਂ ਨਹੀਂ ਹੈਗੀਆਂ? ਇਹਦੇ ਵਿੱਚ ਰੁਪਿੰਦਰ ਜੀ ਮੈਂ ਕਹਿਣਾ ਚਾਹੂੰਗੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਪ੍ਰਾਈਮ ਮਿਨਿਸਟਰ ਹਮੇਸ਼ਾ ਹੀ ਕਹਿੰਦੇ ਕਿ ਤੁਸੀਂ ਸੁਣਿਆ ਹੋਊਗਾ ਅਸੀਂ ਸਾਰੇ ਹੀ ਆਪਣੇ ਤੁਹਾਡੇ ਜ਼ਰੀਏ ਵੀ ਹਮੇਸ਼ਾ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਕੈਨੇਡੀਅਨਸ ਨੂੰ ਹਮੇਸ਼ਾ ਹੀ ਕਹਿੰਦੇ ਰਹੇ ਹੈਗੇ ਆ ਕਿ ਅਨਨੈਸੈਸਰੀ ਜੇ ਤੁਸੀਂ ਆਪਣੀ ਜਿਹੜੀ ਟਰੈਵਲ ਪਲਾਨਸ ਜਿਹੜੀਆਂ ਉਹ ਤੁਸੀਂ ਨਾ ਕਰੋ।
ਸੋ ਅਸੀਂ ਪਿਛਲੇ ਟਾਈਮ ਦੇ ਵਿੱਚ ਵੀ ਦੇਖਿਆ, ਪਰ ਫਿਰ ਵੀ ਕਾਫੀ ਜਿਹੜੇ ਸੀ ਕੈਨੇਡੀਅਨਸ ਛੁੱਟੀਆਂ ਤੇ ਵੀ ਜਾ ਰਹੇ ਸੀਗੇ। ਸੋ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਹੁਣ ਲਾਈਆਂ ਗਈਆਂ, ਇਸੇ ਮੱਦੇਨਜ਼ਰ ਰੱਖ ਕੇ ਲਾਈਆਂ ਗਈਆਂ ਹੈਗੀਆਂ ਤਾਂ ਕਿ ਜਿਹੜੇ ਕੈਨੇਡੀਅਨਸ ਉਹ ਬਾਹਰ ਨਾ ਜਾ ਸਕਣ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਯੂਕੇ ਵੇਰੀਐਂਟ ਜਾਂ ਹੋਰ ਵੀ ਤੁਸੀਂ ਦੇਖਿਆ ਅਗਰ ਸਾਊਥ ਅਫਰੀਕਾ ਤੋਂ ਵੀ ਜਿਹੜਾ ਕੇਸ ਜਿਹੜਾ ਨਿਕਲਿਆ ਅਪੀਲ ਦੇ ਵਿੱਚ, ਸੋ ਇਹ ਜਿਹੜੀ ਸਥਿਤੀ ਦਾ ਜਾਇਜ਼ਾ ਲੈਣ ਜਦੋਂ ਲਿੱਤਾ ਗਿਆ, ਇਸੇ ਕਰਕੇ ਜਿਹੜੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਵੀ ਲਗਾਈਆਂ ਗਈਆਂ ਹੈਗੀਆਂ ਤਾਂ ਕਿ ਆਪਾਂ ਇਸ ਸਥਿਤੀ ਨੂੰ ਕੰਟਰੋਲ ਕਰ ਸਕੀਏ। ਤੇ ਵੱਧ ਤੋਂ ਵੱਧ ਜਿਹੜਾ ਹੁਣ ਤੁਹਾਡੇ ਜ਼ਰੀਏ ਰਾਹੀਂ ਹਮੇਸ਼ਾ ਹੀ ਮੈਂ ਵੀ ਅਪੀਲ ਕੀਤੀ ਹੈਗੀ ਆ ਕਿ ਜੇ ਆਪਣੇ ਟਰੈਵਲ ਪਲਾਨਸ ਆ ਜੇ ਤੁਸੀਂ ਕੈਂਸਲ ਕਰ ਸਕਦੇ ਹੋ ਤੇ ਬਹੁਤ ਹੀ ਇਹ ਜ਼ਰੂਰੀ ਗੱਲ ਹੈਗੀ ਆ ਕਿ ਟਰੈਵਲ ਜਿਹੜੀ ਨਾ ਕੀਤਾ ਜਾਵੇ। ਜੀ ਜਿਵੇਂ ਕਿ ਫੈਡਰਲ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਹੁਣ 에ਅਰਪੋਰਟ ਤੇ ਮੈਂਡੇਟਰੀ ਟੈਸਟਿੰਗ ਹੋਏਗੀ ਤੇ ਨਾਲ ਹੀ ਫਿਰ ਹੋਟਲ ਕੁਆਰੰਟਾਈਨ ਕਰਨਾ ਹੋਏਗਾ। ਇਸ ਰਿਸਟ੍ਰਿਕਸ਼ਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਾਫੀ ਕਨਫਿਊਜ਼ਨ ਹੈ ਕਿਉਂਕਿ ਹਲੇ ਫੈਡਰਲ ਵੱਲੋਂ ਐਲਾਨ ਕੀਤਾ ਗਿਆ ਸੀ ਪਰ ਓਨਟਾਰੀਓ ਗਵਰਨਮੈਂਟ ਵੱਲੋਂ ਆਲਰੇਡੀ ਪੀਅਰਸਨ 에ਅਰਪੋਰਟ ਤੇ ਮੈਂਡੇਟਰੀ ਟੈਸਟਿੰਗ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕੀ ਇਹਦੇ ਵਿੱਚ ਕੋਈ ਐਕਸੈਪਸ਼ਨ ਵੀ ਹੈ ਜੇ ਕੋਈ ਹੋਟਲ ਕੁਆਰੰਟਾਈਨ ਨਾ ਕਰਨਾ ਚਾਹੁੰਦਾ ਹੋਏ ਤਾਂ? ਇਹਦੇ ਵਿੱਚ ਮੈਂ ਜ਼ਰੂਰ ਕਲੀਅਰ ਕਰਨਾ ਚਾਹੂੰਗੀ, ਜੇ ਤੁਸੀਂ ਜਲਦੀ ਹੀ ਇਹ ਅਨਾਉਂਸਮੈਂਟ ਸੁਣੋਗੇ, ਜੇ PCR ਜਿਹੜਾ ਕਰੋਨਾ ਨੈਗੇਟਿਵ ਟੈਸਟ ਤੁਹਾਡੇ ਕੋਲ ਬਹੁਤ ਜ਼ਰੂਰੀ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ। ਤੇ ਇਹਦੇ ਦੇ ਨਾਲ ਜਿਹੜਾ ਤੁਸੀਂ ਜਿਹੜੀ ਨਵੀਂ ਰਿਸਟ੍ਰਿਕਸ਼ਨਸ ਦੀ ਗੱਲ ਕੀਤੀ ਹੈਗੀ ਆ ਕਿ ਹੁਣ ਜਦੋਂ ਵਾਪਸ ਵੀ ਆਉਣਗੇ 에ਅਰਪੋਰਟ ਤੇ ਵੀ ਟੈਸਟ ਹੋਊਗਾ ਤੇ ਉਹਦੇ ਜਿਹੜਾ 3 ਦਿਨਾਂ ਦਾ ਟਾਈਮ ਪੀਰੀਅਡ ਹੈਗਾ, ਜਿੰਨੀ ਦੇਰ ਟੈਸਟ ਦੀ ਰਿਪੋਰਟ ਵਾਪਸ ਨਹੀਂ ਆਉਂਦੀ ਹੈਗੀ, ਉਹਦੇ ਵਿੱਚ ਉਹ ਤੁਹਾਨੂੰ ਗਵਰਨਮੈਂਟ ਅਪਰੂਵਡ ਜਿਹੜਾ ਉਸ ਜਗ੍ਹਾ ਤੇ ਰੱਖਿਆ ਜਾਊਗਾ ਹੋਟਲ ਦੇ ਵਿੱਚ, ਤੇ ਉਹ ਜਿਹੜਾ ਹੈਗਾ ਤੁਹਾਨੂੰ ਆਪਣੇ ਕੋਲੋਂ ਜਿਹੜੇ ਉਹ ਚਾਰजेस ਦੇਣੇ ਪੈਣਗੇ। ਜੇ ਤੁਹਾਡਾ ਪੋਜ਼ਿਟਿਵ ਟੈਸਟ ਆਉਂਦਾ ਹੈਗਾ ਫਿਰ ਤੁਹਾਨੂੰ ਆਪਣੇ ਕੋਲੋਂ ਨਹੀਂ ਜਿਹੜੇ ਉਹ ਦੇਣਾ ਪਊਗਾ, ਫਿਰ ਜਿਹੜੇ ਟੇਕ ਕੇਅਰ ਕੀਤੇ ਜਾਓਗੇ। ਜੇ ਤੁਹਾਡਾ ਨੈਗੇਟਿਵ ਟੈਸਟ ਆ ਜਾਂਦਾ ਹੈਗਾ ਫਿਰ ਤੁਹਾਨੂੰ ਘਰ ਭੇਜ ਦਿੱਤਾ ਜਾਊਗਾ, ਪਰ ਫਿਰ ਵੀ ਤੁਹਾਨੂੰ 14 ਡੇਜ਼ ਜਿਹੜੇ ਆ ਕੁਆਰੰਟਾਈਨ ਘਰ ਦੇ ਵਿੱਚ ਹੋਣਾ ਪਊਗਾ। ਤੇ ਉਹਦੇ ਵਿੱਚ ਤੁਹਾਨੂੰ ਜਿਹੜੇ ਲਾਅ ਇਨਫੋਰਸਮੈਂਟ ਫਿਰ ਪੁੱਛ ਸਕਦੇ ਆ, ਫੋਨ ਕਰ ਸਕਦੇ ਆ, ਆਪਣੇ ਅਕੋਰਡਿੰਗਲੀ ਚੈੱਕ ਕਰ ਸਕਦੇ ਆ ਕਿ ਤੁਸੀਂ ਘਰ ਦੇ ਵਿੱਚ ਕੁਆਰੰਟਾਈਨ ਕਰ ਰਹੇ ਹੈਗੇ ਹੋ। ਪਰ ਜੇ ਤੁਸੀਂ ਪੋਜ਼ਿਟਿਵ ਤੁਹਾਡਾ ਜਿਹੜਾ ਟੈਸਟ ਆ ਜਾਂਦਾ ਹੈਗਾ ਫਿਰ ਤੁਹਾਡੀ ਟੇਕ ਕੇਅਰ ਕੀਤੀ ਜਾਊਗੀ ਗਵਰਨਮੈਂਟ ਵੱਲੋਂ, ਉਹ ਵੀ 14 ਡੇਜ਼ ਫਿਰ ਤੁਹਾਨੂੰ ਜਿਹੜੀ ਗਵਰਨਮੈਂਟ ਅਪਰੂਵਡ ਜਿਹੜੀ ਜਗ੍ਹਾ ਤੇ ਚਾਹੇ ਹੋਟਲ ਹੈਗਾ, ਜੇ ਤੁਹਾਨੂੰ ਇਲਾਜ ਦੀ ਜ਼ਰੂਰਤ ਹੈਗੀ ਹੈ ਸੋ ਉਸ ਹਿਸਾਬ ਨਾਲ ਤੁਹਾਡੀ ਫਿਰ ਟੇਕ ਕੇਅਰ ਕੀਤੀ ਜਾਊਗੀ। ਜੀ ਪਰ ਜੇ ਕੋਈ ਮਨਾ ਕਰਤਾ ਹੈ ਕਿ ਉਹ ਹੋਟਲ ਕੁਆਰੰਟਾਈਨ ਨਹੀਂ ਕਰਨਾ ਚਾਹੁੰਦਾ ਤਾਂ ਕਿਸੇ ਤਰ੍ਹਾਂ ਦਾ ਕੋਈ ਫਾਈਨ ਵੀ ਰੱਖਿਆ ਗਿਆ? ਬਿਲਕੁਲ ਜੀ, 에ਅਰਪੋਰਟ ਅਥਾਰਟੀਜ਼ CBSA ਜਿਹੜੇ ਹੈਗੇ ਆ ਉਹ ਫਿਰ ਸਟ੍ਰਿਕਟ ਐਕਸ਼ਨ ਜਿਹੜੀ ਵੀ ਉਹਨਾਂ ਦੀ ਪ੍ਰੋਸੀਜਰ ਹੋਣਗੇ ਉਸ ਹਿਸਾਬ ਨਾਲ ਉਹ ਲੈਣਗੇ ਜੀ। ਜੀ ਜਿਵੇਂ ਹੁਣ ਆਪਾਂ ਸੈਂਡ ਡੈਸਟੀਨੇਸ਼ਨਸ ਦੀ ਗੱਲ ਕੀਤੀ ਗਈ, ਜਿਹੜੀਆਂ ਫਲਾਈਟਸ ਕੈਂਸਲ ਕੀਤੀਆਂ ਗਈਆਂ, ਇਸ ਨਾਲ ਟਰੈਵਲ ਇੰਡਸਟਰੀ ਜਿਹੜੀ 에ਅਰ ਇੰਡਸਟਰੀ ਹੈਗੀ, 에ਅਰਲਾਈਨਸ ਇੰਡਸਟਰੀ, ਉਹਨਾਂ ਨੂੰ ਕਾਫੀ ਇਫੈਕਟ ਹੋ ਸਕਦਾ ਹੈ। ਤਾਂ ਕੀ ਸਰਕਾਰ ਵੱਲੋਂ ਉਹਨਾਂ ਦੀ ਕੋਈ ਮਦਦ ਕੀਤੀ ਜਾ ਰਹੀ ਹੈ? ਕਿਉਂਕਿ ਜਿਹੜੀਆਂ ਲੋਕਾਂ ਨੇ ਬੁਕਿੰਗਸ ਕੀਤੀਆਂ ਸੀਗੀਆਂ, ਆਲਰੇਡੀ ਪੇ ਕੀਤਾ ਹੋਇਆ ਸੀ ਤਾਂ 에ਅਰਲਾਈਨਸ ਨੂੰ ਉਹਨਾਂ ਨੂੰ ਵਾਪਸ ਕਰਨਾ ਹੋਏਗਾ, ਤਾਂ ਸਰਕਾਰ ਵੱਲੋਂ 에ਅਰਲਾਈਨਸ ਇੰਡਸਟਰੀ ਦੀ ਕੋਈ ਮਦਦ ਕੀਤੀ ਜਾ ਰਹੀ ਹੈ? ਇਹਦੇ ਬਾਰੇ ਰੁਪਿੰਦਰ ਜੀ ਤੁਸੀਂ ਸੁਣਿਆ ਹੋਊਗਾ, ਕਾਫੀ ਗੱਲਬਾਤ ਚੱਲ ਰਹੀ ਹੈਗੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਬਾਰੇ ਆਪਾਂ ਜ਼ਰੂਰ ਅਪਡੇਟ ਦੇਵਾਂਗੇ। ਪਰ ਇਹਦੇ ਵਿੱਚ ਕਾਫੀ ਜਿਹੜੀ ਗੱਲਬਾਤ ਦੋਨਾਂ ਪਾਸਿਓਂ ਕਾਫੀ ਇਹ ਹੋ ਰਹੀ ਹੈਗੀ ਹੈ ਤੇ ਵੈਸੇ ਵੀ ਅਸੀਂ ਵੀ ਆਪਣੇ ਆਫਿਸ ਵੱਲੋਂ ਪ੍ਰੀ ਬਜਟ ਕੰਸਲਟੇਸ਼ਨ ਜਿਹੜੀ ਉਹ ਕਰ ਰਹੇ ਹੈਗੇ ਆ, ਚਾਹੇ ਉਹ 에ਅਰਲਾਈਨ ਇੰਡਸਟਰੀ, ਚਾਹੇ ਉਹ ਟਰੈਵਲ ਇੰਡਸਟਰੀ ਹੈਗੀ ਆ ਜਿਹੜੀ ਕਿ ਕਾਫੀ ਇੰਪੈਕਟਡ ਹੋਈ ਆ, ਚਾਹੇ ਉਹ ਸਾਡੇ ਬਿਜ਼ਨਸਮੈਨ ਭੈਣ ਭਰਾ ਹੈਗੇ ਆ। ਸੋ ਪ੍ਰੀ ਬਜਟ ਕੰਸਲਟੇਸ਼ਨ ਆਲ ਓਵਰ ਚੱਲ ਰਹੀ ਹੈਗੀ ਆ ਤਾਂ ਕਿ ਕਿਵੇਂ ਆਪਾਂ ਇੱਕ ਦੂਸਰੇ ਦੀ ਹੈਲਪ ਕੀਤੀ ਜਾ ਸਕੇ। ਜੀ ਵਾਪਸ ਇੱਕ ਵਾਰੀ ਟੈਸਟਿੰਗ ਵਾਲੇ ਸਵਾਲ ਤੇ ਆਵਾਂਗੀ। ਜਿਵੇਂ ਪਹਿਲੇ ਸੀਗਾ ਕਿ ਜਦੋਂ ਕਿਸੇ ਨੇ ਫਲਾਈਟ ਬੋਰਡ ਕਰਨੀ ਹੈ ਤਾਂ ਉਹਨਾਂ ਨੇ ਨੈਗੇਟਿਵ ਆਪਣੀ ਟੈਸਟ ਰਿਪੋਰਟ ਲੈ ਕੇ ਉਹ ਫਿਰ ਫਲਾਈਟ ਬੋਰਡ ਕਰਨੀ ਹੈ, ਤੇ ਹੁਣ ਜਦੋਂ ਲੈਂਡ ਹੋਣ ਤੇ ਟੈਸਟ ਹੋਣਾ ਹੈ ਤਾਂ ਉਹ ਰਿਪੋਰਟ ਵੀ ਹੋਣੀ ਜ਼ਰੂਰੀ ਹੈ ਟਰੈਵਲਰ ਦੇ ਕੋਲ? ਜ਼ਰੂਰੀ ਹੋ ਗਿਆ ਕਿ 72 ਆਵਰਸ ਦੇ ਵਿੱਚ ਤੁਹਾਡੇ ਕੋਲੋਂ ਕਰੋਨਾ ਟੈਸਟ ਜਿਹੜਾ ਨੈਗੇਟਿਵ ਹੋਣਾ ਚਾਹੀਦਾ, ਨਹੀਂ ਤੇ ਤੁਹਾਨੂੰ ਜਿਹੜੀਆਂ ਫਲਾਈਟ ਤੋਂ ਤੁਹਾਨੂੰ ਨਾ ਹੋ ਸਕਦੀ ਜੇ ਤੁਹਾਡੇ ਕੋਲੋਂ ਨਹੀਂ ਹੋਊਗਾ। ਬਾਕੀ ਜੇ ਤੁਹਾਡੇ ਕੋਲ ਨੈਗੇਟਿਵ ਟੈਸਟ ਹੈਗਾ ਤੇ ਜਦੋਂ ਤੁਸੀਂ ਕੈਨੇਡਾ 에ਅਰਪੋਰਟ ਤੇ ਆਉਂਦੇ ਹੈਗੇ ਹੋ ਤੁਹਾਡਾ ਇਹ ਫਿਰ ਇੱਕ ਟੈਸਟ ਹੋਊਗਾ, ਤੇ ਉਹ ਟੈਸਟ ਜਿੰਨੀ ਦੇਰ ਜਿਵੇਂ ਪਹਿਲਾਂ ਵੀ ਐਕਸਪਲੇਨ ਕੀਤਾ, ਜਿੰਨੀ ਦੇਰ ਉਹ ਟੈਸਟ ਦਾ ਰਿਜ਼ਲਟ ਨਹੀਂ ਆਉਂਦਾ ਹੈਗਾ ਤੁਸੀਂ ਘਰ ਨਹੀਂ ਜਾ ਸਕਦੇ, ਤੁਹਾਨੂੰ ਗਵਰਨਮੈਂਟ ਅਪਰੂਵਡ ਜਗ੍ਹਾ ਤੇ ਰਹਿਣਾ ਪਏਗਾ। ਤੇ ਉਹ ਜਦੋਂ ਟੈਸਟ ਵਾਪਸ ਆ ਗਿਆ ਜੇ ਨੈਗੇਟਿਵ ਆਉਂਦਾ ਹੈਗਾ ਤੁਹਾਨੂੰ ਘਰ ਜਾਣ ਦਿੱਤਾ ਜਾਊਗਾ, ਪਰ ਫਿਰ ਵੀ ਤੁਹਾਨੂੰ 14 ਡੇਜ਼ ਕੁਆਰੰਟਾਈਨ ਕਰਨਾ ਪਏਗਾ ਘਰ ਦੇ ਵਿੱਚ ਵੀ। ਤੇ ਜੇ ਤੁਹਾਡਾ ਪੋਜ਼ਿਟਿਵ ਆ ਜਾਂਦਾ ਹੈਗਾ ਫਿਰ ਤੁਹਾਨੂੰ ਉੱਥੇ ਹੀ ਗਵਰਨਮੈਂਟ ਅਪਰੂਵਡ ਜਗ੍ਹਾ ਤੇ ਰੱਖਿਆ ਜਾਊਗਾ, ਪਰ ਉਹ ਜਿਹੜੀ ਉਸ ਤੋਂ ਬਾਅਦ ਜਿਹੜਾ ਪੋਜ਼ਿਟਿਵ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹਦਾ ਤੁਹਾਡੇ ਕੋਲੋਂ ਉਹਦਾ ਖਰਚਾ ਨਹੀਂ ਲਿਆ ਜਾਊਗਾ।
ਜੀ ਸੋਨੀਆ ਜੀ, ਇੱਕ ਵਾਰੀ ਜਾਣਨਾ ਚਾਹਾਂਗੇ, ਇੱਕ ਜਿਹੜਾ ਅਮਾਊਂਟ ਦੱਸਿਆ ਗਿਆ ਹੈ ਅਪਰੋਕਸੀਮੇਟਲੀ $2,000, ਡਜ਼ ਇਟ ਇਨਕਲੂਡ ਐਵਰੀਥਿੰਗ ਲਾਈਕ ਫੂਡ, ਟਰਾਂਸਪੋਰਟ, ਐਨੀਥਿੰਗ ਵਿਚ ਇਜ਼ ਰਿਲੇਟਡ ਟੂ ਇਨਫੈਕਸ਼ਨ ਕੰਟਰੋਲ, ਜਾਂ ਫਿਰ ਸਿਰਫ ਇੱਕ ਹੋਟਲ ਸਟੇ ਦਾ ਅਮਾਊਂਟ ਹੈਗਾ? ਰੁਪਿੰਦਰ ਜੀ, ਫੂਡ ਤੇ ਜਿਹੜਾ ਹੈਗਾ ਐਕਸਪੈਂਚਰ ਜਿਹੜਾ ਤੁਹਾਨੂੰ 3 ਦਿਨ ਵਾਸਤੇ ਜਿੰਨੀ ਦੇਰ ਤੁਹਾਡਾ ਟੈਸਟ ਨਹੀਂ ਆਉਂਦਾ, ਅਪਰੋਕਸੀਮੇਟਲੀ ਇਨਕਲੂਡਡ ਹੈਗਾ। ਪਰ ਮੋਰ ਡਿਟੇਲਸ ਜਿਹੜੀਆਂ ਹੈਗੀਆਂ ਪ੍ਰਾਈਮ ਮਿਨਿਸਟਰ ਜਲਦੀ ਹੀ ਅਨਾਉਂਸ ਕਰਨਗੇ। ਮੋਰ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਉਹਦੀ ਵੀ ਅਪਡੇਟ ਦਊਂਗੀ। ਪਰ ਅਪਰੋਕਸੀਮੇਟਲੀ ਉਹ ਜਿਹੜੇ 3 ਦਿਨਾਂ ਦਾ ਜਿਹੜਾ ਪੂਰਾ ਜਿਹੜਾ ਐਕਸਪੈਂਸ ਜਿਹੜਾ ਉਹਦੀ ਕਵਰੇਜ ਹੈਗੀ ਹੈ ਜੀ। ਥੈਂਕ ਯੂ ਸੋ ਮਚ ਸੋਨੀਆ ਜੀ, ਸਾਡੇ ਲਈ ਟਾਈਮ ਕੱਢਣ ਦੇ ਲਈ ਤੇ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰਨ ਦੇ ਲਈ। ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਲੋਕਾਂ ਨੂੰ ਕੁਝ ਕਹਿਣਾ ਚਾਹੋਗੇ? ਹਾਂ ਬਿਲਕੁਲ ਰੁਪਿੰਦਰ ਜੀ, ਮੈਂ ਪੀਟੀਸੀ ਦੇ ਥਰੂ, ਤੁਹਾਡੇ ਮਾਧਿਅਮ ਦੇ ਥਰੂ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਟਰੈਵਲ ਜਿਹੜੀਆਂ ਪਲਾਨਸ ਆ ਜੇ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਕਿ ਇਨਕਰੇਜ ਨਾ ਹੋਵੋ, ਆਪਣੇ ਜਿਹੜੇ ਟਰੈਵਲ ਪਲਾਨਸ ਆ ਉਹ ਕੈਂਸਲ ਕਰ ਦਿਓ ਤੇ ਬਹੁਤ ਹੀ ਚੰਗੀ ਗੱਲ ਹੈ, ਤਾਂ ਕਿ ਅਸੀਂ ਪੈਂਡੈਮਿਕ ਤੋਂ ਬਾਹਰ ਜਲਦੀ ਨਿਕਲ ਸਕੀਏ। ਤੇ ਕਿਸੇ ਨੂੰ ਵੀ ਕੋਈ ਵੀ ਫੈਡਰਲ ਇਸ਼ੂ ਹੋਵੇ ਤੁਸੀਂ ਮੇਰੇ ਆਫਿਸ ਨੂੰ ਈਮੇਲ ਕਰ ਸਕਦੇ ਹੋ। ਮੀ ਐਂਡ ਮਾਈ ਟੀਮ ਇਜ਼ ਆਲਵੇਜ਼ देयर ਟੂ ਅਸਿਸਟ ਯੂ। ਥੈਂਕ ਯੂ ਰੁਪਿੰਦਰ ਜੀ, ਹਮੇਸ਼ਾ ਹੀ ਸਾਡਾ ਜਿਹੜਾ ਮੈਸੇਜ ਆ ਤੁਸੀਂ ਸਾਰਿਆਂ ਤੱਕ ਪਹੁੰਚਾਉਂਦੇ ਹੋ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਸੋ ਮਚ ਐਂਡ ਸਟੇ ਸੇਫ। ਸਤਿ ਸ਼੍ਰੀ ਅਕਾਲ ਜੀ। ਟਰਾਂਸਪੋਰਟ ਕੈਨੇਡਾ ਵੱਲੋਂ ਫਰਵਰੀ 2022 ਤੱਕ ਕੈਨੇਡਾ ਵਿੱਚ ਕਰੂਜ਼ ਸ਼ਿਪਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸ ਦਾ ਭਾਵ ਹੈ ਕਿ 2021 ਦਾ ਪੂਰਾ ਸੀਜ਼ਨ ਹੀ ਖਤਮ ਕਰ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹਜੇ ਵੀ ਕੋਵਿਡ-19 ਮਹਾਮਾਰੀ ਦੀ ਅਸਲ ਸਥਿਤੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਮੈਰੀਨ ਦੇ ਟੂਰਿਜ਼ਮ ਸੈਕਟਰ ਉੱਤੇ ਇਸ ਦੇ ਪੈਣ ਵਾਲੇ ਪ੍ਰਭਾਵ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। 2 ਨਵੇਂ ਅੰਤਰਿਮ ਆਰਡਰਸ ਦਾ ਐਲਾਨ ਕੀਤਾ ਗਿਆ, ਜਿਸ ਨਾਲ ਕੈਨੇਡੀਅਨ ਆਰਕਟਿਕ ਪਾਣੀਆਂ ਵਿੱਚ 28 ਫਰਵਰੀ 2022 ਤੱਕ ਪਲੇਅਰ ਕਰਾਫਟ ਤੇ ਮਨੋਰੰਜਨ ਲਈ ਕਰੂਜ਼ ਸ਼ਿਪਸ ਆਦਿ ਨੂੰ ਉਤਾਰਨ ਦੀ ਮਨਾਹੀ ਹੋਏਗੀ। ਨਿੱਕੇ ਕਰੂਜ਼ ਸ਼ਿਪਸ ਜਿਸ ਵਿੱਚ 100 ਜਾਂ ਘੱਟ ਲੋਕਾਂ ਨੂੰ ਲਿਜਾਇਆ ਜਾ ਸਕਦਾ ਹੈ, ਉਸ ਉੱਤੇ ਕੋਈ ਪਾਬੰਦੀ ਨਹੀਂ ਹੋਏਗੀ, ਪਰ ਉਹਨਾਂ ਨੂੰ ਆਪਣੇ ਹੋਮ ਪ੍ਰੋਵਿੰਸ ਜਾਂ ਟੈਰੀਟਰੀਜ਼ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ। ਐਟਲਾਂਟਿਕ ਕੈਨੇਡਾ ਕਰੂਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹਨਾਂ ਦੇ ਮੈਂਬਰਾਂ ਨੂੰ ਆਸ ਹੈ ਕਿ ਜਦੋਂ ਸਹੀ ਸਮਾਂ ਹੋਏਗਾ ਤੇ ਹਾਲਾਤ ਠੀਕ ਹੋਣਗੇ ਤਾਂ ਕਰੂਜ਼ ਵਾਪਸ ਸ਼ੁਰੂ ਹੋ ਜਾਣਗੇ ਤੇ ਕਾਰੋਬਾਰ ਵੀ ਚੰਗਾ ਰਹੇਗਾ। ਟਰਾਂਸਪੋਰਟ ਮੰਤਰੀ ਉਮਰ ਅਲ ਗਾਬਰਾ ਦਾ ਕਹਿਣਾ ਹੈ ਕਿ ਕੋਵਿਡ-19 ਦੇ ਪਸਾਰ ਨੂੰ ਰੋਕਣ ਤੇ ਕਮਜ਼ੋਰ ਕਮਿਊਨਿਟੀਜ਼ ਦੀ ਹਿਫਾਜ਼ਤ ਲਈ ਇਹ ਪਾਬੰਦੀ ਜ਼ਰੂਰੀ ਹੈ। ਇਸ ਦੇ ਨਾਲ ਹੀ ਇੱਕ ਰਿਲੀਜ਼ ਰਾਹੀਂ ਕੈਨੇਡੀਅਨਸ ਨੂੰ ਹੋਰਨਾਂ ਥਾਵਾਂ ਉੱਤੇ ਟਰੈਵਲ ਕਰਨ ਤੋਂ ਵੀ ਵਰਜਿਆ ਗਿਆ ਹੈ। ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।